ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਸੂਰਜ ਦੀ ਟਿੱਕੀ ਦੇ ਦਰਸ਼ਨ ਨਹੀਂ ਹੋਏ, ਯਾਨੀ ਕਿ ਦਿਨ ਦੇ ਵੇਲੇ ਵੀ ਠਾਰੀ ਚੜ੍ਹਦੀ ਰਹੀ ਹੈ ਤੇ ਪੂਰੀ ਰਾਤ ਆ ਜਿਹੜੀ ਉਹ ਠੰਡ ਦੇ ਵਿੱਚੋਂ ਨਿਕਲੀ ਹੈ। ਇਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਂਦੇ 48 ਘੰਟੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਦੇ ਵਿੱਚ ਲੋਹੜਿਆਂ ਦੀ ਠੰਡ ਪੈਣੀ ਹੈ ਤੇ ਅਗਲੇ ਇੱਕ ਹਫ਼ਤੇ ਤੱਕ ਕੋਰਾ ਜਿਹੜਾ ਉਹ ਖੂਬ ਪੈਂਦਾ ਰਹਿਣਾ, ਧੁੰਦ ਬੇਹੱਦ ਪੈਣੀ ਆ ਤੇ ਇਸ ਕੋਰੇ ਤੇ ਧੁੰਦ ਦੇ ਕਰਕੇ ਜਿਹੜੇ ਰਾਹਾਂ ਦੇ ਉੱਤੇ ਸਫ਼ਰ ਕਰਨ ਵਾਲੇ ਲੋਕ ਆ, ਸੜਕਾਂ ਤੇ ਆਉਣ ਜਾਣ ਵਾਲੇ ਲੋਕ ਆ, ਉਹਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪੰਜਾਬ ਦੇ ਵਿੱਚ ਧੁੰਦ ਦੇ ਕਰਕੇ, ਕੋਰੇ ਦੇ ਕਰਕੇ ਸੜਕ ਹਾਦਸਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ। ਪਰ ਇਸ ਦੇ ਬਾਵਜੂਦ ਦਿੱਲੀ ਦੀਆਂ ਹੱਦਾਂ ਦੇ ਉੱਤੇ ਕਿਸਾਨ ਨੇ ਜਿਹੜੇ ਉਹ ਲਗਾਤਾਰ ਡਟੇ ਹੋਏ ਆ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਅਸੀਂ ਇਸ ਪਾਲੇ ਦੀ ਪਰਵਾਹ ਨਹੀਂ ਕਰਦੇ, ਅਸੀਂ ਪੋਹ ਮਹੀਨੇ ਦੇ ਵਿੱਚ ਜਿਹੜੀ ਇਹ ਠਾਰੀ ਚੜ੍ਹਦੀ ਹੈ ਇਹਦੀ ਇਸ ਕਰਕੇ ਨਹੀਂ ਪਰਵਾਹ ਕਰਦੇ ਕਿਉਂਕਿ ਅਸੀਂ ਤਾਂ ਪੋਹ ਮਾਘ ਦੀਆਂ ਅੱਧੀਆਂ ਰਾਤਾਂ ਨੂੰ ਜਾ ਕੇ ਖੇਤਾਂ ਦੇ ਵਿੱਚ ਪਾਣੀ ਲਾਉਣ ਦਾ ਕੰਮ ਕਰਦੇ ਹਾਂ। ਅਸੀਂ ਠੰਡ ਦੇ ਮੂਹਰੇ ਰੁਕਣ ਤੇ ਝੁਕਣ ਵਾਲੇ ਨਹੀਂ ਆ। ਪਰ ਇਹ ਵੀ ਖਬਰ ਪ੍ਰਾਪਤ ਹੋਈ ਹੈ ਕਿ ਠੰਡ ਦੇ ਕਰਕੇ ਲਗਾਤਾਰ ਲੋਕਾਂ ਦੀ, ਯਾਨੀ ਕਿ ਕਿਸਾਨਾਂ ਦੀ, ਮਜ਼ਦੂਰਾਂ ਦੀ, ਹੋਰ ਵੱਖ-ਵੱਖ ਖੇਤਰਾਂ ਨਾਲ ਜੁੜੇ ਹੋਏ ਲੋਕਾਂ ਦੀ ਉੱਥੇ ਸਿਹਤ ਖਰਾਬ ਹੋ ਰਹੀ ਹੈ। ਔਸਤਨ ਹਰ ਰੋਜ਼ ਇੱਕ ਕਿਸਾਨ ਦੀ ਠੰਡ ਦੇ ਕਰਕੇ ਉੱਥੇ ਮੌਤ ਹੋ ਰਹੀ ਹੈ ਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਇਹ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦਾ ਤੇ ਦਿੱਲੀ ਦਾ ਮੌਸਮ ਸਥਿਰ ਰਹਿਣਾ, ਯਾਨੀ ਕਿ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ, ਪਰ ਠੰਡ ਲਗਾਤਾਰ ਅੱਗੇ ਤੋਂ ਅੱਗੇ ਵਧਣੀ ਹੈ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਸਾਨਾਂ ਦੇ ਮੁਤੱਲਕ ਕੱਛ ਖੇਤਰ ਦੇ ਵਿੱਚ ਦਿੱਤੇ ਗਏ ਬਿਆਨ ਨਾਲ ਜੁੜੀ ਹੋਈ ਹੈ। ਕੱਛ ਖੇਤਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਗੁੰਮਰਾਹ ਹੋ ਗਏ ਆ। ਵਿਰੋਧੀ ਪਾਰਟੀਆਂ ਨੇ ਇਹਨਾਂ ਦੇ ਮੋਢੇ ਦੇ ਉੱਤੇ ਰੱਖ ਕੇ ਬੰਦੂਕਾਂ ਚਲਾਉਣੀਆਂ ਸ਼ੁਰੂ ਕਰਤੀਆਂ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਜਿਹੜੇ ਅਸੀਂ ਕਾਨੂੰਨ ਲੈ ਕੇ ਆਂਦੇ ਆ, ਲੰਮੇ ਸਮੇਂ ਤੋਂ ਇਹਨਾਂ ਦੀ ਮੰਗ ਚੱਲ ਰਹੀ ਸੀ, ਅਸੀਂ ਤਾਂ ਉਸ ਮੰਗ ਨੂੰ ਪੂਰਾ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਭਾਈਚਾਰੇ ਦਾ ਅਸੀਂ ਦੇਣ ਨਹੀਂ ਦੇ ਸਕਦੇ, ਅਸੀਂ ਦਿਨ ਰਾਤ, ਯਾਨੀ ਕਿ ਸਾਡੀ ਸਰਕਾਰ ਦਿਨ ਰਾਤ ਕਿਸਾਨੀ ਦੇ ਹੱਕ ਦੇ ਵਿੱਚ ਖੜੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮਿਲ ਬੈਠ ਕੇ ਹਰ ਮਸਲੇ ਦਾ ਹੱਲ ਨਿਕਲਦਾ, ਯਾਨੀ ਕਿ ਉਹਨਾਂ ਨੇ ਦਿੱਲੀ ਦੇ ਵਿੱਚ ਬੈਠੇ ਹੋਏ ਕਿਸਾਨਾਂ ਦੇ ਉੱਤੇ ਸ਼ਬਦ ਖਵਾਰ ਕੀਤਾ। ਉਹਨਾਂ ਦੀ ਨਜ਼ਰ ਦੇ ਵਿੱਚ ਕਿਸਾਨ ਭੋਲੇ ਆ, ਕਿਸਾਨ ਗੁੰਮਰਾਹ ਹੋ ਗਏ ਆ, ਕਿਸਾਨ ਇਸ ਵਕਤ ਆਪਣੇ ਦਾਇਰੇ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ ਜਾਂ ਉਹਨਾਂ ਨੂੰ ਸਿਖਾ ਇਹੋ ਜਿਹਾ ਕੁਝ ਦਿੱਤਾ ਗਿਆ ਜਿਹਦੇ ਕਰਕੇ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਦਾ ਗਾ। ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਭਾਸ਼ਣ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਾਰਡਰ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਤੇ ਸਮੁੱਚੀ ਕੇਂਦਰ ਦੀ ਸਰਕਾਰ ਕਿਸਾਨੀ ਮਸਲਿਆਂ ਨੂੰ ਗੋਲ ਮੋਲ ਘੁਮਾਉਣ ਦਾ ਕੰਮ ਕਰ ਰਹੀ ਹੈ। ਉਹਨਾਂ ਦੇ ਵੱਲੋਂ ਇਹ ਨਹੀਂ ਗੱਲ ਕਹੀ ਜਾਂਦੀ ਕਿ ਅਸੀਂ ਤੁਹਾਡੀਆਂ ਮੰਗਾਂ ਮੰਨਦੇ ਹਾਂ, ਉਹ ਸਿਰਫ ਤੇ ਸਿਰਫ ਇੱਕੋ ਹੀ ਗੱਲ ਕਹੀ ਜਾਂਦੀ ਹੈ ਕਿ ਖੇਤੀ ਕਾਨੂੰਨਾਂ ਵਿੱਚ ਸੋਧ ਕਰਾਂਗੇ। ਕਿਸਾਨ ਆਗੂਆਂ ਨੇ ਅੱਜ ਵੀ ਨਿੱਠ ਕੇ ਗੱਲ ਕਹੀ ਹੈ ਕਿ ਜੇਕਰ ਇਹ ਸਾਡੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੇ, ਕਾਨੂੰਨ ਰੱਦ ਨਹੀਂ ਕਰਦੇ, ਤਾਂ ਫਿਰ ਅਸੀਂ ਇੱਥੇ ਹੀ ਬੈਠੇ ਹਾਂ, ਸਾਨੂੰ ਜਾਣ ਦੀ ਕੋਈ ਕਾਹਲੀ ਵੀ ਨਹੀਂ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਮਿਲ ਬੈਠ ਕੇ ਮਸਲੇ ਦਾ ਹੱਲ ਕੱਢਣ ਦੇ ਚਾਹਵਾਨ ਹੈਗੇ ਹਾਂ, ਪਰ ਜਦੋਂ ਵੀ ਅੱਜ ਤੱਕ 5-6 ਵਾਰ ਮਿਲੇ ਆ ਕਿਸੇ ਮਸਲੇ ਦਾ ਹੱਲ ਨਿਕਲਿਆ ਤਾਂ ਹੈ ਨਹੀਂ। 6-6, 7-7, 8-8 ਘੰਟੇ ਅਸੀਂ ਬੈਠ ਕੇ ਮੁੜੇ ਆਉਂਦੇ ਹਾਂ, ਉਹ ਇੱਕੋ ਗੱਲ ਕਰੀ ਜਾਂਦੇ ਆ, ਕਾਨੂੰਨ ਬਹੁਤ ਚੰਗੇ ਹਨ, ਤੁਸੀਂ ਮੰਨ ਜਾਓ, ਅਸੀਂ ਸੋਧਾਂ ਕਰ ਦਿੰਦੇ ਆ। ਕਿਸਾਨ ਆਗੂਆਂ ਨੇ ਫਿਰ ਹਿੱਕ ਥਾਪੜ ਕੇ ਇਹ ਗੱਲ ਕਹੀ ਆ ਕਿ ਖੇਤੀ ਕਾਨੂੰਨ ਰੱਦ ਕਰਵਾਏ ਤੋਂ ਬਿਨਾਂ ਅਸੀਂ ਵੀ ਨਹੀਂ ਮੁੜਦੇਗੇ। ਸੋ ਕਹਿਣ ਦਾ ਭਾਵ ਇਹ ਹੈ ਕਿ ਕੇਂਦਰ ਦੀ ਸਰਕਾਰ ਆਪਣੇ ਵੱਲੋਂ ਜਿੰਨੀਆਂ ਮਰਜ਼ੀ ਤਰਕੀਬਾਂ ਇਸ ਵਕਤ ਲਾ ਰਹੀ ਹੈ, ਪਰ ਕਿਸਾਨ ਆਗੂਆਂ ਦੀਆਂ ਹੱਕੀ ਮੰਗਾਂ ਦੇ ਮੂਹਰੇ, ਕਿਸਾਨ ਆਗੂਆਂ ਦੀ ਜ਼ਿੱਦ ਦੇ ਮੂਹਰੇ ਉਹਨਾਂ ਦੀ ਕੋਈ ਪੇਸ਼ ਹਾਲੇ ਤੱਕ ਚੱਲ ਨਹੀਂ ਰਹੀ। ਇਹ ਵੀ ਪਤਾ ਲੱਗਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਇਸ ਵਕਤ ਦਿੱਲੀ ਨੂੰ ਚਾਰੇ ਪਾਸੇ ਤੋਂ ਪਏ ਹੋਏ ਘੇਰੇ ਦੇ ਕਰਕੇ ਬੇਹੱਦ ਪਰੇਸ਼ਾਨ ਆ। ਪਰ ਉਹ ਇਹ ਨਹੀਂ ਚਾਹੁੰਦੇ ਕਿ ਮੇਰੀ ਗੋਡਣੀ ਲੱਗ ਜੇ, ਉਹ ਇਹ ਨਹੀਂ ਚਾਹੁੰਦੇ ਕਿ ਮੇਰੀ ਪਿੱਠ ਲੱਗ ਜੇ, ਕਿਉਂਕਿ ਹੁਣ ਤੱਕ ਇਹੋ ਹੀ ਪੇਸ਼ਕਾਰੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਕਿਸੇ ਦੇ ਮੂਹਰੇ ਝੁਕਦੇ ਨਹੀਂ। ਪੂਰੀ ਦੁਨੀਆ ਦੇ ਵਿੱਚ ਪ੍ਰਧਾਨ ਮੰਤਰੀ ਦੇ ਨਾਂ ਦਾ ਡੰਕਾ ਵੱਜਦਾ, ਜੋ ਅਸੀਂ ਕਹਿ ਦਿੰਦੇ ਹਾਂ ਉਹ ਅਸੀਂ ਕਰਕੇ ਦਿਖਾਉਂਦੇ ਹਾਂ, ਜੋ ਅਸੀਂ ਸਹੀ ਪਾਤੀ ਉਹ ਕਦੇ ਮਿਟਦੀ ਨਹੀਂ। ਇਹੋ ਜਿਹੀ ਪੇਸ਼ਕਾਰੀ ਕੀਤੀ ਹੈ ਜਿਹਦੇ ਕਰਕੇ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਜਿਹੜੇ ਅਹਿਲਕਾਰ ਨੇ ਉਹ ਚਾਹੁੰਦੇ ਨਹੀਂ ਕਿ ਇਸ ਵਕਤ ਝੁਕਣ ਵਾਲੀ ਗੱਲ ਵੀ ਕੀਤੀ ਜਾਵੇ। ਪਰ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਸਿਖਰ ਦੇ ਉੱਤੇ ਹੈ, ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਕੇਂਦਰ ਦੀ ਸਰਕਾਰ ਨੂੰ ਝੁਕਣਾ ਵੀ ਪਵੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਅੱਜ 21ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਕਿਸਾਨ ਅੰਦੋਲਨ ਹੁਣ ਆਰ-ਪਾਰ ਦੀ ਲੜਾਈ ਦੇ ਵਿੱਚ ਬਦਲ ਗਿਆ। ਕਿਸਾਨ ਨੇਤਾਵਾਂ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਕਾਨੂੰਨ ਵਾਪਸੀ ਨੂੰ ਤਿਆਰ ਨਹੀਂ, ਪਰ ਅਸੀਂ ਉਹਦੇ ਕੋਲੋਂ ਇਹ ਸਭ ਕੁਝ ਕਰਵਾ ਕੇ ਹੀ ਰਹਾਂਗੇ। ਕਿਸਾਨ ਨੇਤਾ ਇੰਦਰਜੀਤ ਨੇ ਸਿੰਘੂ ਬਾਰਡਰ ਦੇ ਉੱਤੇ ਕਿਹਾ, ਅਸੀਂ ਗੱਲਬਾਤ ਤੋਂ ਨਹੀਂ ਭੱਜ ਰਹੇ, ਪਰ ਸਰਕਾਰ ਨੂੰ ਸਾਡੀਆਂ ਮੰਗਾਂ ਦੇ ਵੱਲ ਧਿਆਨ ਦੇਣਾ ਪਵੇਗਾ ਤੇ ਉਹ ਸਾਡੇ ਸਾਹਮਣੇ ਪੁਖਤਾ ਪ੍ਰਸਤਾਵ ਰੱਖੇ। ਇੰਦਰਜੀਤ ਨੇ ਕਿਹਾ, ਅੰਦੋਲਨ ਦੇ ਦੌਰਾਨ 20 ਦਿਨਾਂ ਦੇ ਵਿੱਚ 20 ਕਿਸਾਨਾਂ ਨੇ ਆਪਣੀ ਜਾਨ ਗਵਾਈ ਹੈ, ਯਾਨੀ ਕਿ ਤਕਰੀਬਨ ਹਰ ਰੋਜ਼ ਇੱਕ ਕਿਸਾਨ ਦੀ ਜ਼ਿੰਦਗੀ ਗੁਆਚੀ।
ਅਸੀਂ 20 ਦਸੰਬਰ ਨੂੰ ਦੇਸ਼ ਭਰ ਦੇ ਵਿੱਚ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਇਹਨਾਂ ਮ੍ਰਿਤਕ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਾਂਗੇ। ਲੜਾਈ ਹੁਣ ਉਸ ਮੁਕਾਮ ਦੇ ਉੱਤੇ ਪਹੁੰਚ ਗਈ ਹੈ ਜਿੱਥੇ ਅਸੀਂ ਹਰ ਹਾਲ ਦੇ ਵਿੱਚ ਜਿੱਤ ਹਾਸਲ ਕਰਨੀ ਹੀ ਕਰਨੀ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦੇ ਨਾਲ ਹਰ ਕਾਨੂੰਨ ਦੇ ਉੱਤੇ ਨਿਯਮ ਦੇ ਮੁਤਾਬਕ ਗੱਲਬਾਤ ਹੋਵੇ। ਇਸੇ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਮੰਗਲਵਾਰ ਦੀ ਸ਼ਾਮ ਨੂੰ ਨਰਿੰਦਰ ਸਿੰਘ ਤੋਮਰ ਦੇ ਨਾਲ ਗੱਲਬਾਤ ਵੀ ਕੀਤੀ ਹੈ। ਇਸੇ ਦਰਮਿਆਨ ਇਹ ਵੀ ਖਬਰ ਪ੍ਰਾਪਤ ਹੋਈ ਹੈ ਕਿ ਇੰਡਸਟਰੀ ਆਫ ਇੰਡੀਆ, ਜਿਹਨੂੰ ਅਸੀਂ ਐਸਓਚਐਮ ਵੀ ਕਹਿੰਦੇ ਆ, ਨੇ ਦਾਅਵਾ ਕੀਤਾ ਕਿ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਹਰ ਰੋਜ਼ 3500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ। ਇਹਦੇ ਨਾਲ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀ ਇਕਨੋਮੀ ਦੇ ਉੱਤੇ ਨੁਕਸਾਨ ਹੋ ਰਿਹਾ। ਇਹਨਾਂ ਰਾਜਾਂ ਦੀ ਅਰਥ ਵਿਵਸਥਾ ਇੰਟਰਕਨੈਕਟਡ ਹੈ। ਕਿਸਾਨਾਂ ਦੇ ਅੰਦੋਲਨ ਦੇ ਨਾਲ ਟਰਾਂਸਪੋਰਟ ਸਿਸਟਮ ਦੇ ਉੱਤੇ ਅਸਰ ਪਿਆ ਤੇ ਸਪਲਾਈ ਦੀ ਚੇਨ ਟੁੱਟ ਗਈ ਹੈ। ਇਸ ਨਾਲ ਦੇਸ਼ ਭਰ ਦੇ ਵਿੱਚ ਫਲ ਤੇ ਸਬਜ਼ੀਆਂ ਦੀਆਂ ਕੀਮਤਾਂ ਵਧ ਰਹੀਆਂ ਨੇ। ਇਹ ਸਭ ਕੁਝ ਇਹੋ ਜਿਹੇ ਸਮੇਂ ਹੋਇਆ ਜਦੋਂ ਦੇਸ਼ ਦੇ ਵਿੱਚ ਲੋਕਡਾਊਨ ਖੁੱਲ੍ਹਣਾ ਸ਼ੁਰੂ ਹੋ ਰਿਹਾ। ਇਸ ਦਾ ਖਮਿਆਜ਼ਾ ਕਿਸਾਨਾਂ, ਕਸਟਮਰ ਤੇ ਇੰਡਸਟਰੀ ਨੂੰ ਚੁਕਾਉਣਾ ਪੈ ਰਿਹਾ। ਚੈਂਬਰ ਦੇ ਸੈਕਟਰੀ ਜਨਰਲ ਨੇ ਸਰਕਾਰ ਨੂੰ ਇਸ ਮੁੱਦੇ ਦੇ ਹੱਲ ਨੂੰ ਜਲਦ ਤੋਂ ਜਲਦ ਪੇਸ਼ ਕਰਨ ਦੀ ਮੰਗ ਕੀਤੀ ਹੈ। ਕਿਸਾਨ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਪਿੱਛੇ ਹਟਣ ਨੂੰ ਤਿਆਰ ਨਹੀਂ। ਦੁਪਹਿਰ ਦੇ ਵੇਲੇ ਕਿਸਾਨ ਸੰਗਠਨ ਨੇ ਸੰਯੁਕਤ ਮੋਰਚੇ ਦੀ ਮੀਟਿੰਗ ਕੀਤੀ ਹੈ ਤੇ ਇਸ ਮੀਟਿੰਗ ਦੇ ਵਿੱਚ ਅਗਲੇ ਪੜਾਅ ਦੀ ਰਣਨੀਤੀ ਤੈਅ ਕੀਤੀ ਗਈ ਹੈ। ਇਸੇ ਦਰਮਿਆਨ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹੋਣ ਦੀ ਗੱਲ ਕਹੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ, ਕੁਝ ਇਹੋ ਜਿਹੇ ਲੋਕ ਨੇ ਜੋ ਪ੍ਰਦਰਸ਼ਨ ਦਾ ਗਲਤ ਇਸਤੇਮਾਲ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਨਕਸਲ ਪ੍ਰਭਾਵਿਤ ਗੜਚਿਰੌਲੀ ਜ਼ਿਲ੍ਹੇ ਦੇ ਵਿੱਚ ਇੱਕ ਵਿਅਕਤੀ ਦੀ ਫੋਟੋ ਇਸ ਅੰਦੋਲਨ ਦੇ ਵਿੱਚ ਨਜ਼ਰ ਆਈ ਹੈ। ਇਹ ਵਿਅਕਤੀ ਫਿਲਹਾਲ ਜੇਲ੍ਹ ਦੇ ਵਿੱਚ ਬੰਦ ਹੈ। ਉਸ ਦਾ ਕਿਸਾਨਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਕੋਈ ਲੈਣ ਦੇਣ ਨਹੀਂ। ਦਿੱਲੀ ਦੇ ਵਿੱਚ ਦੇਸ਼ ਵਿਰੋਧੀ ਭਾਸ਼ਣ ਦੇਣ ਵਾਲਿਆਂ ਦੀਆਂ ਤਸਵੀਰਾਂ ਵੀ ਪ੍ਰਦਰਸ਼ਨ ਦੇ ਵਿੱਚ ਦੇਖੀਆਂ ਗਈਆਂ ਨੇ। ਅਜਿਹੇ ਲੋਕਾਂ ਦੀਆਂ ਫੋਟੋਆਂ ਇੱਥੇ ਕਿਵੇਂ ਪਹੁੰਚੀਆਂ, ਮੈਂ ਇਸ ਗੱਲ ਨੂੰ ਸਮਝ ਨਹੀਂ ਸਕਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਦੋਂ ਵੀ ਕੇਂਦਰ ਦਾ ਕੋਈ ਮੰਤਰੀ ਇਹ ਗੱਲ ਕਹਿੰਦਾ ਕਿ ਇਸ ਅੰਦੋਲਨ ਦੇ ਵਿੱਚ ਕੁਝ ਕੁ ਨਕਸਲਵਾਦੀ ਲੋਕ ਵੜ ਗਏ ਆ, ਕੁਝ ਕੁ ਵੱਖਰੀ ਵਿਚਾਰਧਾਰਾ ਵਾਲੇ ਲੋਕ ਵੜ ਗਏ ਆ, ਤਾਂ ਮੈਨੂੰ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਆ ਕਿ ਜੇਕਰ ਕੁਝ ਕੁ ਲੋਕ ਵੜ ਗਏ ਆ, ਹਾਲਾਂਕਿ ਜਾਪਦਾ ਨਹੀਂ ਕੋਈ ਇੱਥੇ ਵੜਿਆ ਅੰਦੋਲਨ ਦੇ ਵਿੱਚ, ਪਰ ਜੇਕਰ ਇਹਨਾਂ ਨੂੰ ਉਹ ਕੁਝ ਕੁ ਲੋਕ ਦਿਸ ਪੈਂਦੇ ਆ ਵੀ ਆਹ ਲੋਕ ਇਹਦੇ ਵਿੱਚ ਵੜ ਚੁੱਕੇ ਆ, ਇਸ ਸੋਚ ਵਾਲੇ ਵੜ ਗਏ ਆ, ਤਾਂ ਫਿਰ 5 ਲੱਖ ਤੋਂ ਵੱਧ ਬੰਦਾ ਜਿਹੜਾ ਵੱਖ-ਵੱਖ ਬਾਰਡਰਾਂ ਦੇ ਉੱਤੇ ਇਸ ਵਕਤ ਬੈਠਾ, ਉਹ ਕਿਉਂ ਨਹੀਂ ਦਿਸਦਾ? ਜੇਕਰ ਇਹਨਾਂ ਨੂੰ 1 ਦਰਜਨ, 2 ਦਰਜਨ, 5 ਦਰਜਨ ਲੋਕ ਦਿਸ ਜਾਂਦੇ ਆ, ਫਿਰ 5 ਲੱਖ ਦੇ ਕਰੀਬ ਲੋਕ ਕਿਉਂ ਨਹੀਂ ਦਿਸ ਰਹੇ? ਇਹ ਵਾਰ-ਵਾਰ ਕਿਹੜੀ ਗੱਲੋਂ ਕਹਿ ਰਹੇ ਆ ਕਿ ਕਿਸਾਨ ਆ ਜਿਹੜੇ ਉਹ ਗੁੰਮਰਾਹ ਹੋ ਗਏ ਆ? ਇੱਥੇ ਵਕੀਲ ਵੀ ਪਹੁੰਚੇ ਹੋਏ ਦਿੱਲੀ ਬਾਰਡਰ ਦੇ ਉੱਤੇ, ਇੱਥੇ ਅਧਿਆਪਕ ਵੀ ਆ, ਇੱਥੇ ਸਾਬਕਾ ਫੌਜੀਆਂ ਨੇ ਵੀ ਡੇਰਾ ਲਾ ਲਿਆ ਪੱਕੇ ਤੌਰ ਦੇ ਉੱਤੇ। ਉਹਨਾਂ ਨੂੰ ਦੇਸ਼ ਦੀ ਸੇਵਾ ਕਰਨ ਬਦਲੇ ਜਿਹੜੇ ਮੈਡਲ ਮਿਲੇ ਆ, ਉਹਨਾਂ ਨੇ ਆਪਣੇ ਕੋਟਾਂ ਦੇ ਉੱਤੇ ਲਾ ਕੇ, ਛਾਤੀ ਦੇ ਉੱਤੇ ਲਾ ਕੇ ਤੇ ਪ੍ਰਦਰਸ਼ਨ ਦੇ ਵਿੱਚ ਬਹਿਣਾ ਠੀਕ ਸਮਝਿਆ। ਕਹਿਣ ਦਾ ਭਾਵ ਹੈ ਕਿ ਕੇਂਦਰ ਦੀ ਸਰਕਾਰ ਇਸ ਵਕਤ ਜ਼ਿੱਦ ਦੇ ਉੱਤੇ ਅੜੀ ਹੋਈ ਹੈ, ਪਰ ਉਹਦੀ ਪਿੱਠ ਲੱਗਣੀ ਜ਼ਰੂਰੀ ਵੀ ਹੈ ਜੇਕਰ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੇ ਵਿੱਚ ਸਹੀ ਤਰੀਕੇ ਦੇ ਨਾਲ ਭਵਿੱਖ ਦੇ ਵਿੱਚ ਵੀ ਕੋਈ ਅੰਦੋਲਨ ਪੈਦਾ ਹੋਵੇ। ਪਰ ਇਸੇ ਦਰਮਿਆਨ ਕੁਝ ਕੁ ਸੋਸ਼ਲ ਮੀਡੀਆ ਦੇ ਅੰਗਾਂ ਦੇ ਵੱਲੋਂ ਗਲਤ ਪ੍ਰਚਾਰ ਵੀ ਕੀਤਾ ਜਾ ਰਿਹਾ। ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਤੇ ਬਾਕੀ ਖੇਤਰਾਂ ਦੇ ਵਿੱਚ ਵੀਡੀਓ ਵਾਇਰਲ ਹੋ ਰਹੀ ਹੈ। ਉਹ ਮੈਨੂੰ ਵੀ ਘੱਟੋ ਘੱਟ 60-70 ਬੰਦਿਆਂ ਨੇ ਭੇਜੀ ਹੋਣੀ ਹੈ। ਉਹਦੇ ਵਿੱਚ ਇੱਕ ਸਰਦਾਰ ਪੱਤਰਕਾਰ ਆ, ਉਸ ਪੱਤਰਕਾਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਮੈਂ 3 ਅਖਬਾਰਾਂ ਦਾ ਐਡੀਟਰ ਆ। ਉਹਦੇ ਵੱਲੋਂ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਫੌਜ ਦਾ ਸਹਾਰਾ ਲੈਣ ਦੇ ਲਈ ਪੂਰੀ ਤਿਆਰੀ ਕਰ ਲਈ ਹੈ ਤੇ ਰਾਤ ਦੇ ਵੇਲੇ ਅਚਾਨਕ ਇੱਥੇ ਫੌਜ ਦੇ ਵੱਲੋਂ ਹਮਲਾ ਕੀਤਾ ਜਾਣਾ ਸਿੰਘੂ ਬਾਰਡਰ ਦੇ ਉੱਤੇ ਤੇ ਲੋਕਾਂ ਨੂੰ ਫੜ ਕੇ ਤੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਜਾਣਾ। ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਕਰਫਿਊ ਲੱਗ ਜਾਣਾ। ਉਹਦੇ ਕਹਿਣ ਦੇ ਮੁਤਾਬਕ ਇਹ ਜਿਹੜੀ ਸੀਕ੍ਰੇਟ ਜਾਣਕਾਰੀ ਆ ਮੈਨੂੰ ਭਰੋਸੇਯੋਗ ਸੂਤਰ ਨੇ ਪਹੁੰਚਾਈ ਆ। ਉਹਦੇ ਕਹਿਣ ਮੁਤਾਬਕ ਕੇਂਦਰ ਦੀ ਸਰਕਾਰ ਨੇ ਇਸ ਅੰਦੋਲਨ ਨੂੰ ਹੁਣ ਕੁਚਲ ਦੇਣਾ। ਉਹਦੇ ਕਹਿਣ ਦੇ ਮੁਤਾਬਕ ਇਸ ਅੰਦੋਲਨ ਦਾ ਹੁਣ ਅੰਤ ਹੋ ਜਾਣਾ। ਉਹਦੇ ਕਹਿਣ ਦੇ ਮੁਤਾਬਕ ਇਸ ਵਕਤ ਕੇਂਦਰ ਦੀ ਸਰਕਾਰ ਇਹੋ ਜਿਹੀ ਕਾਰਵਾਈ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਮਿਸਾਲ ਬਣ ਜਾਵੇ ਤੇ ਭਵਿੱਖ ਦੇ ਵਿੱਚ ਇਹੋ ਜਿਹਾ ਕੋਈ ਅੰਦੋਲਨ ਛਿੜੇ ਨਾ। ਉਹਦੀ ਇਹ ਵੀ ਗੱਲ ਕਹੀ ਹੈ ਕਿ ਮੈਨੂੰ ਇਹ ਜਾਣਕਾਰੀ ਹੈ ਜਿਹੜੀ ਉਹ ਬਹੁਤ ਭਰੋਸੇਯੋਗ ਸੂਤਰਾਂ ਨੇ ਦਿੱਤੀ ਹੈ ਤੇ ਬਸ ਇਹ ਦੇਰ ਸਵੇਰ ਰਾਤ ਦੇ ਵੇਲੇ ਕਾਰਵਾਈ ਹੋਈ ਲਓ, ਇਸ ਕਰਕੇ ਤੁਸੀਂ ਭਾਈ ਚੁਕੰਨੇ ਰਹੋ। ਪਰ ਉਸ ਪੱਤਰਕਾਰ ਨੂੰ ਲੋਕਾਂ ਦੇ ਵੱਲੋਂ ਬੇਹੱਦ ਉਲਾਂਭੇ ਦਿੱਤੇ ਗਏ ਆ ਕਿ ਇਹ ਗੱਲਾਂ ਜਿਹੜੀਆਂ ਉਹ ਜਾਣ-ਬੁੱਝ ਕੇ ਸਰਕਾਰ ਦਾ ਡਰ ਪੈਦਾ ਕਰਨ ਵਾਸਤੇ ਕੀਤੀਆਂ ਜਾ ਰਹੀਆਂ। ਵੈਸੇ ਵੀ ਸੋਚਣ ਵਾਲੀ ਗੱਲ ਹੈ, ਉਹ ਕੋਈ ਵੀ ਕਵੇ, ਭਾਵੇਂ ਪੱਤਰਕਾਰ ਕਵੇ, ਭਾਵੇਂ ਕੋਈ ਹੋਰ ਕਹਿ ਦੇਵੇ ਕਿ ਰਾਤ ਦੇ ਹਨੇਰੇ ਦੇ ਵਿੱਚ ਵੱਡੀਆਂ ਟਾਰਚਾਂ ਲੈ ਕੇ ਤੇ ਇੱਥੇ ਫੌਜ ਦੇ ਵੱਲੋਂ ਹਮਲਾ ਕਰ ਦਿੱਤਾ ਜਾਣਾ, ਇੱਥੇ ਬਹੁਤ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਵੀ ਹੋ ਜਾਣੀ ਆ, ਇੱਥੇ ਬਹੁਤ ਵੱਡੀ ਗਿਣਤੀ 'ਚ ਲੋਕ ਜ਼ਖਮੀ ਵੀ ਹੋਣਗੇ, ਜਿਵੇਂ ਕਿ ਉਸ ਪੱਤਰਕਾਰ ਦੇ ਵੱਲੋਂ ਗੱਲ ਕਹੀ ਗਈ ਹੈ। ਪਰ ਕੀ ਇੱਦਾਂ ਸੰਭਵ ਹੈ
ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਕਿਤੇ ਬੈਠੇ ਹੋਣ, ਦੁਨੀਆ ਭਰ ਦੇ ਮੀਡੀਆ ਦੀਆਂ ਨਜ਼ਰਾਂ ਇਸ ਅੰਦੋਲਨ ਦੇ ਉੱਤੇ ਟਿਕੀਆਂ ਹੋਣ, ਸੰਯੁਕਤ ਰਾਸ਼ਟਰ ਦੀ ਨਿਗਾਹ ਵੀ ਇਸ ਅੰਦੋਲਨ ਦੇ ਉੱਤੇ ਹੋਵੇ, ਹਰ ਦੇਸ਼ ਦੇ ਵਿੱਚ ਇਸ ਅੰਦੋਲਨ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਹੋਣ ਤੇ ਮੋਦੀ ਸਰਕਾਰ ਨੂੰ ਲਾਹਣਤਾਂ ਰੱਜ ਕੇ ਪੈ ਰਹੀਆਂ ਹੋਣ ਤੇ ਇਹ ਗੱਲ ਕਹੀ ਜਾਵੇ ਜੀ ਕਿ ਰਾਤ ਨੂੰ ਅਚਾਨਕ ਫੌਜ ਦੇ ਵੱਲੋਂ ਹਮਲਾ ਕੀਤਾ ਜਾਣਾ, ਇਹ ਸਾਰਾ ਕੁਝ ਸਿਆਸੀ ਜਿਹਾ ਜਾਪਦਾ, ਇਹ ਸਾਰਾ ਕੁਝ ਗੁੰਮਰਾਹਕੁਨ ਜਾਪਦਾ। ਇਹੋ ਜਿਹੀਆਂ ਗੱਲਾਂ ਦੇ ਉੱਤੇ ਅਮਲ ਨਹੀਂ ਕਰਨਾ ਚਾਹੀਦਾ ਤੇ ਮੇਰੀ ਨਿੱਜੀ ਤੌਰ ਦੇ ਉੱਤੇ ਬੇਨਤੀ ਹੈ ਕਿ ਅਸੀਂ ਵੀ ਸਾਰੇ ਇੱਕ ਵੀਡੀਓ ਨੂੰ ਦੂਜੇ ਬੰਦੇ ਨੂੰ ਭੇਜਣ ਲੱਗੇ ਸਕਿੰਟ ਲਾਉਂਦੇ ਆ, ਅਸੀਂ ਵੀ ਕਿਸੇ ਗਰੁੱਪ ਦੇ ਵਿੱਚ ਬਿਨਾਂ ਕੋਈ ਪੜਤਾਲ ਕੀਤੇ ਕਿਸੇ ਖਬਰ ਨੂੰ ਸ਼ੇਅਰ ਕਰਨ ਲੱਗੇ ਸਕਿੰਟ ਲਾਉਂਦੇ ਆ। ਆਪਾਂ ਇਹਨਾਂ ਗੱਲਾਂ ਤੋਂ ਗੁਰੇਜ਼ ਕਰੀਏ, ਆਪਾਂ ਇਹਨਾਂ ਗੱਲਾਂ ਤੋਂ ਬਚੀਏ, ਕਿਉਂਕਿ ਸਾਡੇ ਵੱਲੋਂ ਆਹ ਕੁਝ ਕਰਨ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਤਾਕਤ ਮਿਲਦੀ ਹੈ ਜਿਹੜੇ ਲੋਕ ਧੱਤਾਂ ਕਰਦੇ ਆ, ਜਿਹੜੇ ਲੋਕ ਸ਼ਰਾਰਤੀ ਆ, ਜਿਹੜੇ ਲੋਕ ਅਫਵਾਹਾਂ ਫੈਲਾਉਂਦੇ ਆ। ਇਸ ਕਰਕੇ ਆਪਾਂ ਇਸ ਅੰਦੋਲਨ ਦੀ ਕਾਮਯਾਬੀ ਦੇ ਵਿੱਚ ਯੋਗਦਾਨ ਪਾਈਏ, ਨਾ ਕਿ ਛੁਰਲੀਆਂ ਛੱਡਣ ਦੇ ਵਿੱਚ। ਜਿਵੇਂ ਮੈਂ ਮੁੱਢ ਦੇ ਵਿੱਚ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਇਸ ਵਕਤ ਲਗਾਤਾਰ ਧੁੰਦ ਪੈ ਰਹੀ ਹੈ ਤੇ ਆਲੇ ਦੁਆਲੇ ਦੇ ਸੂਬੇ ਵੀ ਧੁੰਦ ਤੋਂ ਪ੍ਰਭਾਵਿਤ ਹੈ, ਜਿਹਦੇ ਕਰਕੇ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਆ। ਇਹਨਾਂ ਸੜਕ ਹਾਦਸਿਆਂ ਦੇ ਵਿੱਚ ਹੁਣ ਤੱਕ 4 ਕਿਸਾਨਾਂ ਦੀ ਮੌਤ ਦੀ ਵੀ ਖਬਰ ਪ੍ਰਾਪਤ ਹੋਈ ਹੈ। ਵੈਸੇ ਤਾਂ ਹੁਣ ਤੱਕ ਇਸ ਕਿਸਾਨ ਅੰਦੋਲਨ ਦੇ ਵਿੱਚ ਪ੍ਰਦਰਸ਼ਨ ਕਰਦਿਆਂ ਦਰਜਨਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਦੀ ਮੌਤ ਹੋਈ ਹੈ, ਪਰ ਜਿਸ ਤਰੀਕੇ ਨਾਲ ਪਿਛਲੇ 24 ਘੰਟਿਆਂ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ 4 ਕਿਸਾਨਾਂ ਦੀ ਮੌਤ ਹੋਈ ਤੇ ਉਹ ਵੀ ਉਹ ਕਿਸਾਨ ਜਿਹੜੇ ਕਿ ਦਿੱਲੀ ਬਾਰਡਰ ਦੇ ਉੱਤੇ ਪ੍ਰਦਰਸ਼ਨ ਕਰਕੇ ਕੋਈ 2 ਦਿਨਾਂ ਬਾਅਦ, ਕੋਈ 10 ਦਿਨਾਂ ਬਾਅਦ ਆਪਣੇ ਪਿੰਡ ਨੂੰ ਵਾਪਸ ਪਰਤ ਰਹੇ ਸੀ, ਪਰ ਰਾਹ ਦੇ ਵਿੱਚ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਹਦੇ ਕਰਕੇ 4 ਕਿਸਾਨਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ। 8 ਤੋਂ ਵੱਧ ਕਿਸਾਨ ਇਸ ਵਕਤ ਗੰਭੀਰ ਜ਼ਖਮੀ ਹੈ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਹੁਣ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਵੀ ਮੌਤ ਦੇ ਮੂਹਰੇ ਜ਼ੋਰ ਤਾਂ ਚਲੋ ਕਿਸੇ ਦਾ ਵੀ ਨਹੀਂ, ਪਰ ਅਸਿੱਧੇ ਤਰੀਕੇ ਦੇ ਨਾਲ ਜ਼ਿੰਮੇਵਾਰ ਕੌਣ ਹੈ? ਕਿਉਂਕਿ ਜੇਕਰ ਸਿੰਘੂ ਬਾਰਡਰ ਦੇ ਉੱਤੇ ਕਿਸਾਨ ਪਹੁੰਚੇ ਆ ਤੇ ਉਹ ਆਪਣੇ ਘਰ ਵਾਪਸ ਆ ਰਹੇ ਆ ਤਾਂ ਹਾਦਸੇ ਵਾਪਰ ਰਹੇ ਆ, ਤੇ ਸਿੰਘੂ ਬਾਰਡਰ ਦੇ ਉੱਤੇ ਬੈਠੇ ਕਿਉਂ ਕਿਸਾਨ? ਕਿਉਂਕਿ ਕੇਂਦਰ ਦੀ ਸਰਕਾਰ ਨੇ ਮਜਬੂਰ ਕੀਤਾ। ਇਸ ਕਰਕੇ ਸਰਕਾਰ ਨੂੰ ਇਹ ਚਾਹੀਦਾ ਕਿ ਇਹਨਾਂ ਮ੍ਰਿਤਕ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਸਾਰ ਵੀ ਲਈ ਜਾਵੇ। ਇਹ ਜ਼ਰੂਰੀ ਨਹੀਂ ਕਿ ਹਰ ਵਾਰ ਕਿਸਾਨ ਆ ਜਿਹੜੇ ਉਹ ਪ੍ਰਦਰਸ਼ਨ ਕਰਨਗੇ ਤੇ ਫਿਰ ਟੱਬਰ ਦੇ ਜੀਆਂ ਦੀ ਮਦਦ ਕਰਨੀ ਹੈ ਜਿਹੜੇ ਬਾਕੀ ਬਚੇ ਆ। ਆਪਣਾ ਫਰਜ਼ ਸਮਝ ਕੇ ਇਨਸਾਨੀਅਤ ਦੇ ਨਾਂ ਦੇ ਉੱਤੇ ਕਿ ਅਸੀਂ ਧਰੋਕ ਮਾਰ ਰਹੇ ਹਾਂ, ਸਾਡੀਆਂ ਗਲਤੀਆਂ ਦੇ ਕਰਕੇ ਇਹਨਾਂ ਕਿਸਾਨਾਂ ਦੇ ਘਰਾਂ ਦੇ ਵਿੱਚ 70 ਵਿਛ ਰਹੇ ਆ, ਇਹ ਗੱਲ ਸੋਚ ਕੇ ਵੀ ਮਦਦ ਕਰਨੀ ਬਣਦੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਮੋਰਚੇ ਤੋਂ ਪਰਤ ਰਹੇ ਪੰਜਾਬ ਦੇ ਕਿਸਾਨ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ। 2 ਥਾਈਂ ਵਾਪਰੇ ਇਸ ਹਾਦਸੇ ਕਰਕੇ 4 ਕਿਸਾਨਾਂ ਦੀ ਮੌਤ ਤੇ 8 ਜਣੇ ਜ਼ਖਮੀ ਹੋ ਗਏ। ਪਹਿਲਾ ਸੜਕ ਹਾਦਸਾ ਮੋਹਾਲੀ ਦੇ ਵਿੱਚ ਦੇਰ ਰਾਤ ਵਾਪਰਿਆ। ਕਿਸਾਨਾਂ ਦੇ ਵਾਹਨ ਦੀ ਟਰੱਕ ਦੇ ਨਾਲ ਟੱਕਰ ਹੋਈ, ਜਿਸ ਕਰਕੇ 2 ਕਿਸਾਨਾਂ ਨੇ ਮੌਕੇ ਦੇ ਉੱਤੇ ਦਮ ਤੋੜ ਦਿੱਤਾ ਤੇ 6 ਜਣੇ ਜ਼ਖਮੀ ਹੋਏ ਨੇ। ਮੋਹਾਲੀ ਫੇਜ਼ ਨੰਬਰ 6 ਦੇ ਹਸਪਤਾਲ ਦੇ ਵਿੱਚ ਜ਼ਖਮੀਆਂ ਦਾ ਇਲਾਜ ਚੱਲ ਰਿਹਾ। ਇਹ ਕਿਸਾਨ ਦਿੱਲੀ ਮੋਰਚੇ ਤੋਂ ਵਾਪਸ ਪਰਤ ਰਹੇ ਸਨ। ਜਾਣਕਾਰੀ ਮੁਤਾਬਕ ਮੋਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਛੋਟੇ ਹਾਥੀ ਤੇ ਇਸ ਟਰੱਕ ਦੇ ਵਿੱਚ ਟੱਕਰ ਹੋਈ, ਜਿਹਦੇ ਵਿੱਚ 9 ਕਿਸਾਨ ਬੈਠੇ ਸਨ। ਇਹ ਦਿੱਲੀ ਤੋਂ ਵਾਪਸ ਆਪਣੇ ਪਿੰਡ ਆ ਰਹੇ ਸਨ। ਟਰੱਕ ਦੀ ਟੱਕਰ ਕਰਕੇ ਸਾਰੇ ਲੋਕ ਜ਼ਖਮੀ ਹੋ ਗਏ, ਜਿਹਦੇ ਵਿੱਚ 2 ਕਿਸਾਨਾਂ ਦੀ ਮੌਤ ਹੋਈ ਹੈ। ਦੂਜਾ ਹਾਦਸਾ ਕਰਨਾਲ ਦੇ ਵਿੱਚ ਵਾਪਰਿਆ। ਇਸ ਭਿਆਨਕ ਹਾਦਸੇ ਦੇ ਵਿੱਚ ਕਿਸਾਨਾਂ ਦੀ ਟਰਾਲੀ ਨੂੰ ਟੱਕਰ ਵੱਜੀ। ਹਾਦਸੇ ਵਿੱਚ 2 ਕਿਸਾਨਾਂ ਦੀ ਮੌਤ ਤੇ 2 ਕਿਸਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ। ਇਹ ਕਿਸਾਨ ਪਟਿਆਲੇ ਤੋਂ ਦਿੱਲੀ ਮੋਰਚੇ ਦੇ ਵਿੱਚ ਪਹੁੰਚੇ ਸਨ। ਜਾਣਕਾਰੀ ਮੁਤਾਬਕ ਕਰਨਾਲ ਦੇ ਤਰਾਵੜੀ ਫਲਾਈਓਵਰ ਦੇ ਉੱਤੇ ਹੋਏ ਹਾਦਸੇ ਵਿੱਚ 2 ਕਿਸਾਨਾਂ ਦੀ ਮੌਤ ਹੋਈ ਹੈ। ਦੋਵੇਂ ਪਟਿਆਲੇ ਦੇ ਇੱਕ ਪਿੰਡ ਨਾਲ ਸੰਬੰਧਿਤ ਨੇ। ਦਿੱਲੀ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਇਹ ਹਿੱਸਾ ਲੈਂਦੇ ਹੋਏ ਆਪਣੇ ਪਿੰਡ ਵਾਪਸ ਪਰਤ ਰਹੇ ਸਨ ਕਿ ਪਿਛਲੇ ਪਾਸਿਓਂ ਟਰੈਕਟਰ ਟਰਾਲੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਤੇ ਬਾਅਦ ਦੇ ਵਿੱਚ ਟਰੱਕ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਮੌਤ ਦੀਆਂ ਖਬਰਾਂ ਆ ਰਹੀਆਂ, ਸੱਚਮੁੱਚ ਇਹ ਸਰਲੇਖ ਪੜ੍ਹ ਕੇ ਇਹਦੇ ਬਾਬਤ 2 ਸ਼ਬਦ ਸਾਂਝੇ ਕਰਕੇ ਹੀ ਮਨ ਭਾਵੁਕ ਹੋ ਜਾਂਦਾ ਹੈ ਕਿ ਕਿਸਾਨ ਤਾਂ ਚੱਲੇ ਆ ਆਪਣੇ ਖੇਤਾਂ ਨੂੰ ਬਚਾਉਣ ਦੇ ਲਈ, ਪਰ ਉਹਨਾਂ ਦੇ ਟੱਬਰਾਂ ਦੇ ਮਨ ਦੇ ਉੱਤੇ ਕੀ ਬੀਤਦੀ ਹੋਊਗੀ ਜਦੋਂ ਚੰਗਾ ਭਲਾ ਕਿਸਾਨ ਗਿਆ, ਜਦੋਂ ਪਰਿਵਾਰ ਦਾ ਮੁਖੀ ਜਾਂ ਪਰਿਵਾਰ ਦਾ ਕੋਈ ਮੈਂਬਰ ਗਿਆ ਅੰਦੋਲਨ ਦੇ ਵਿੱਚ ਹਿੱਸਾ ਲੈਣ ਦੇ ਲਈ, ਪਰ ਉਹਦੀ ਲਾਸ਼ ਘਰ ਨੂੰ ਪਰਤ ਰਹੀ ਹੋਵੇ, ਉਹਦੇ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਹੋਵੇ। ਮਨ ਦੇ ਵਿੱਚ ਬਹੁਤ ਸਾਰੇ ਸਵਾਲ ਉੱਠਦੇ ਆ, ਮਨ ਦੇ ਵਿੱਚ ਬਹੁਤ ਸਾਰੇ ਖਿਆਲ ਆਉਂਦੇ ਆ, ਪਰ ਗੱਲ ਇਹ ਆ ਵੀ ਕੇਂਦਰ ਦੀ ਤੇ ਸੂਬੇ ਦੀ ਸਰਕਾਰ ਨੂੰ ਇਹ ਚਾਹੀਦਾ ਕਿ ਇਹਨਾਂ ਕਿਸਾਨਾਂ ਨੂੰ ਸ਼ਹੀਦ ਕਰਾਰ ਵੀ ਦਿੱਤਾ ਜਾਵੇ। ਹਾਲਾਂਕਿ ਕੇਂਦਰ ਦੀ ਸਰਕਾਰ ਨੇ ਤਾਂ ਇਹ ਗੱਲ ਕਦੇ ਮੰਨਣੀ ਨਹੀਂ, ਕਿਉਂਕਿ ਉਹਨਾਂ ਦੀ ਨਜ਼ਰ ਦੇ ਵਿੱਚ ਸ਼ਹੀਦਾਂ ਦੀ ਪਰਿਭਾਸ਼ਾ ਵੀ ਕੁਝ ਹੋਰ ਹੀ ਆ। ਉਹ ਕਿਸੇ ਨੂੰ ਵੀ ਸ਼ਹੀਦ ਮੰਨਦੇ ਆ ਤੇ ਜਿਹੜੇ ਅਸਲ ਸ਼ਹੀਦ ਆ ਉਹਨਾਂ ਨੂੰ ਤਾਂ ਅੱਜ ਤੱਕ ਕੋਈ ਦਰਜਾ ਵੀ ਨਹੀਂ ਦਿੱਤਾ ਗਿਆ। ਸੋ ਇਸ ਕਰਕੇ ਜ਼ਰੂਰਤ ਇਸ ਗੱਲ ਦੀ ਆ ਕਿ ਇਹਨਾਂ ਲੋੜਵੰਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਆਮ ਲੋਕਾਂ ਦੇ ਵੱਲੋਂ ਵੀ ਤੇ ਸਰਕਾਰ ਦੇ ਵੱਲੋਂ ਵੀ, ਕਿਉਂਕਿ ਇਸ ਤੋਂ ਪਹਿਲਾਂ ਕਈ ਕਿਸਾਨਾਂ ਦੀ ਮਦਦ ਹੋਈ ਆ, ਪਰਿਵਾਰਕ ਮੈਂਬਰਾਂ ਦੀ ਮਦਦ ਹੋਈ ਹੈ, ਪਰ ਉਹ ਮਦਦ ਹੋਈ ਆ ਉਦੋਂ ਜਦੋਂ ਕਿਸੇ ਨੇ ਸੰਸਕਾਰ ਨਹੀਂ ਕੀਤਾ, ਜਦੋਂ ਪ੍ਰਸ਼ਾਸਨ ਦਾ ਘਿਰਾਓ ਕੀਤਾ ਗਿਆ। ਫਿਰ ਪ੍ਰਸ਼ਾਸਨ ਕਹਿੰਦਾ ਜੀ ਕਿ 5 ਲੱਖ ਰੁਪਈਆ ਅਸੀਂ ਹੁਣ ਦੇ ਦਿੰਦੇ ਹਾਂ, 5 ਲੱਖ ਰੁਪਈਆ ਅਸੀਂ ਭੋਗ ਦੇ ਮੌਕੇ ਦੇ ਦਿਆਂਗੇ, ਪਰ ਇਹ ਸਾਰੀਆਂ ਗੱਲਾਂ ਇਨਸਾਨੀਅਤ ਦੇ ਨਾਂ 'ਤੇ ਹੋਣੀਆਂ ਚਾਹੀਦੀਆਂ।
ਇਹ ਸਾਰੀਆਂ ਗੱਲਾਂ ਜਿਹੜੀਆਂ, ਇਹ ਸਾਰੀਆਂ ਮੰਗਾਂ ਜਿਹੜੀਆਂ ਉਹ ਅੰਨਦਾਤੇ ਦੀ ਪਹਿਲ ਦੇ ਆਧਾਰ ਦੇ ਉੱਤੇ ਮੰਨਣੀਆਂ ਚਾਹੀਦੀਆਂ, ਪਰ ਇੱਦਾਂ ਹੁੰਦਾ ਨਹੀਂ। ਇਸ ਗੱਲ ਦਾ ਦੁੱਖ ਹੈ। ਇਸ ਕਰਕੇ ਜਿਹੜੇ ਕਿਸਾਨ ਮੌਤ ਦੀ ਬੁੱਕਲ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਜਾ ਰਹੇ ਆ, ਉਹਨਾਂ ਦੇ ਟੱਬਰਾਂ ਦੀ ਆਪਣੀ ਜ਼ਮੀਰ ਦੇ ਆਧਾਰ ਦੇ ਉੱਤੇ, ਆਪਣੀ ਸੋਚ ਦੇ ਆਧਾਰ ਦੇ ਉੱਤੇ, ਆਪਣੇ ਫਰਜ਼ ਦੇ ਉੱਤੇ ਆਧਾਰਿਤ ਮਦਦ ਕਰਨੀ ਚਾਹੀਦੀ ਹੈ। ਹੁਣ ਤੱਕ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਜਿਹੜੇ ਦੇਸ਼ ਦੇ ਕਿਸਾਨ ਨੇ ਇਹ ਅਨਪੜ੍ਹ ਨੇ, ਇਹ ਇਸ ਕਰਕੇ ਸੰਘਰਸ਼ ਦੇ ਵਿੱਚ ਸ਼ਾਮਲ ਹੋ ਗਏ, ਇਹਨਾਂ ਨੂੰ ਵਿਰੋਧੀ ਲੋਕਾਂ ਦੇ ਵੱਲੋਂ ਵਰਤ ਲਿਆ ਗਿਆ। ਪਰ ਅੱਜ ਦੀ ਇੱਕ ਬਹੁਤ ਵੱਡੀ ਖਬਰ ਪ੍ਰਾਪਤ ਹੋਈ ਹੈ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਇਸ ਵਕਤ ਆਰਮੀ ਦੇ ਸਾਬਕਾ ਅਫਸਰ ਨੇ, ਜਿਹੜੇ ਕਿ ਸਾਡੇ ਫੌਜੀ ਜਵਾਨ ਨੇ, ਕੋਈ 4 ਸਾਲ ਪਹਿਲਾਂ ਸੇਵਾ ਮੁਕਤ ਹੋਇਆ, ਕੋਈ 2 ਸਾਲ ਪਹਿਲਾਂ ਹੋਇਆ, ਕੋਈ 10 ਸਾਲ ਪਹਿਲਾਂ ਮੁਕਤ ਹੋਇਆ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਦੇ ਬਦਲੇ ਬਹੁਤ ਸਾਰੇ ਮੈਡਲ ਹਾਸਲ ਕੀਤੇ। ਉਹਨਾਂ ਨੇ ਆਪਣੀ ਹਿੱਕ ਦੇ ਉੱਤੇ, ਆਪਣੀ ਕੋਟ ਦੇ ਉੱਤੇ ਉਹ ਲਾ ਕੇ ਮੈਡਲ ਤੇ ਇਸ ਧਰਨੇ ਦੇ ਵਿੱਚ, ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰਤਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਅਨਪੜ੍ਹ ਵੀ ਨਹੀਂ, ਅਸੀਂ ਕੇਂਦਰ ਦੀ ਸਰਕਾਰ ਦੀ ਨੌਕਰੀ ਵੀ ਕਰਦੇ ਰਹੇ ਹਾਂ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਵੀ ਕਰਦੇ ਰਹੇ ਹਾਂ, ਪਰ ਹੁਣ ਜਦੋਂ ਦਿੱਲੀ ਦੀ ਹੱਦ ਦੇ ਉੱਤੇ ਸਾਡੇ ਕਿਸਾਨ ਵੀਰ ਬੈਠੇ ਆ, ਸਾਡੇ ਟੱਬਰ ਦੇ ਜੀ ਬੈਠੇ ਆ, ਤਾਂ ਸਾਡੀ ਜ਼ਮੀਰ ਆ ਜਿਹੜੀ ਉਹ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਅਸੀਂ ਪੈਨਸ਼ਨਾਂ ਲਈ ਜਾਈਏ ਤੇ ਘਰ ਦੇ ਵਿੱਚ ਬੈਠੇ ਰਹੀਏ। ਇਸ ਕਰਕੇ ਇਹਨਾਂ ਸਾਰੇ ਹੀ ਫੌਜੀ ਵੀਰਾਂ ਨੂੰ ਸਲਾਮ ਕਰਨੀ ਬਣਦੀ ਹੈ ਜਿਹੜੇ ਕਿ ਇਸ ਵਕਤ ਦਿੱਲੀ ਦੀ ਹੱਦ ਦੇ ਉੱਤੇ ਨਿਤਰੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਦੇ ਵੱਲੋਂ ਖੇਤੀ ਕਾਨੂੰਨ ਵਾਪਸ ਨਹੀਂ ਲੈ ਜਾਂਦੇ, ਉਨੀ ਦੇਰ ਤੱਕ ਅਸੀਂ ਵਾਪਸ ਨਹੀਂ ਮੁੜਨਾ। ਸੋ ਇਸ ਕਰਕੇ ਫੌਜੀਆਂ ਦੀ ਇਸ ਭਾਵਨਾ ਦਾ ਸਤਿਕਾਰ ਕਰਨਾ ਬਣਦਾ ਹੈ। ਤੇ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਅੰਦੋਲਨ ਦੇ ਵਿੱਚ ਹਰ ਕੋਈ ਸ਼ਾਮਲ ਹੋ ਰਿਹਾ। ਅੰਦੋਲਨ ਦੇ ਵਿੱਚ ਰਿਟਾਇਰਡ ਫੌਜੀ ਵੀ ਸ਼ਾਮਲ ਹੋ ਰਹੇ ਨੇ। ਉਹ ਆਪਣੇ ਬਹਾਦਰੀ ਦੇ ਮੈਡਲ ਛਾਤੀ ਦੇ ਉੱਤੇ ਲਾ ਕੇ ਕਿਸਾਨਾਂ ਦੀ ਹਮਾਇਤ ਕਰਨ ਵਾਸਤੇ ਪਹੁੰਚੇ ਨੇ। ਰਿਟਾਇਰਡ ਫੌਜੀ ਕਮਲਦੀਪ ਸਿੰਘ ਨੇ ਕਿਹਾ ਉਹ 5 ਸਾਲ ਪਹਿਲਾਂ ਇੰਡੀਅਨ ਆਰਮੀ ਦੇ ਵਿੱਚੋਂ ਸੇਵਾ ਮੁਕਤ ਹੋਇਆ। ਅੱਜ ਉਹ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਨੇ। ਉਹਨਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੇ। ਉਹਨਾਂ ਕਿਹਾ ਕਿ ਆਪਣੇ ਹੱਕ ਮੰਗਣਾ ਕੋਈ ਗਲਤ ਗੱਲ ਨਹੀਂ ਹੈ, ਅਸੀਂ ਕਿਸਾਨ ਤੇ ਮਜ਼ਦੂਰਾਂ ਦੇ ਹੱਕਾਂ ਵਾਸਤੇ ਇੱਥੇ ਆਏ ਹਾਂ। ਸਾਬਕਾ ਫੌਜੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ, ਸਾਨੂੰ ਕਾਨੂੰਨ ਦਾ ਕੋਈ ਫਾਇਦਾ ਨਹੀਂ ਚਾਹੀਦਾ, ਅਸੀਂ ਸ਼ਾਂਤਮਈ ਢੰਗ ਨਾਲ ਇਸ ਅੰਦੋਲਨ ਨੂੰ ਅੱਗੇ ਵਧਾਵਾਂਗੇ। ਉਹਨਾਂ ਕਿਹਾ ਕਿ ਕੋਈ ਵੀ ਦੇਸ਼ ਵਿਰੋਧੀ ਅਨਸਰ ਇਸ ਅੰਦੋਲਨ ਦੇ ਵਿੱਚ ਨਹੀਂ ਹੈ ਤੇ ਨਾ ਹੀ ਅਸੀਂ ਉਹਨੂੰ ਦਾਖਲ ਹੋਣ ਦੇਵਾਂਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ 2 ਦਿਨ ਪਹਿਲਾਂ ਆਪਾਂ ਸਾਰੇ ਜਾਣਦੇ ਹਾਂ ਕਿ ਟਿੱਕਰੀ ਬਾਰਡਰ ਦੇ ਉੱਤੇ ਕੁਝ ਫੌਜੀ ਵੀਰ ਪਹੁੰਚੇ। ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਸਾਡੇ ਬਾਪੂ ਆ ਜਿਹੜੇ ਉਹ ਇਸ ਅੰਦੋਲਨ ਦੇ ਵਿੱਚ ਬੈਠੇ ਆ ਤੇ ਅਸੀਂ ਦੇਸ਼ ਦੀ ਸਰਹੱਦ ਦੇ ਉੱਤੇ ਬੈਠੇ ਆ। ਜਿਹਨੂੰ ਜਦੋਂ ਵੀ ਛੁੱਟੀ ਮਿਲੀ ਉਹ ਉਸੇ ਵਕਤ ਇਸ ਅੰਦੋਲਨ ਦੇ ਵਿੱਚ ਪਹੁੰਚ ਗਿਆ। ਉਹਨਾਂ ਨੇ ਇੱਕ ਭਾਵੁਕ ਕਰਨ ਵਾਲੀ ਗੱਲ ਕਹੀ ਸੀ ਕਿ ਅਸੀਂ ਦੇਸ਼ ਦੀ ਜ਼ਮੀਨ ਨੂੰ ਬਚਾ ਰਹੇ ਹਾਂ ਚੀਨ ਦੇ ਕੋਲੋਂ, ਅਸੀਂ ਚਾਹੁੰਦੇ ਜੀ ਕਿ ਪਾਕਿਸਤਾਨ ਨਾਲ ਕਬਜ਼ਾ ਕਰ ਲਵੇ, ਪਰ ਸਾਡੀ ਆਪਣੇ ਦੇਸ਼ ਦੀ ਸਰਕਾਰ ਆ ਜਿਹੜੀ ਉਹ ਸਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨ ਲੱਗੀ ਹੈ, ਉਹ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਜ਼ਮੀਨਾਂ ਦੇਣ ਲੱਗੀ ਹੈ। ਇਸ ਕਰਕੇ ਅਸੀਂ ਦੇਸ਼ ਦੀ ਜ਼ਮੀਨ ਨੂੰ ਵੀ ਬਚਾਉਣਾ ਤੇ ਆਪਣੇ ਦੇਸ਼ ਦੇ ਵਿੱਚ ਅੰਦੋਲਨ ਕਰਕੇ ਤੇ ਆਪਣੀ ਜ਼ਮੀਨ ਨੂੰ, ਜੱਦੀ ਜਾਇਦਾਦ ਨੂੰ ਵੀ ਬਚਾਉਣਾ। ਇਹ ਸਾਡੇ ਹੁਣ 2-2 ਹਿੱਸੇ ਕੰਮ ਆ ਗਏ ਆ। ਸੋ ਉਹਨਾਂ ਲੋਕਾਂ ਦੀ, ਉਹਨਾਂ ਫੌਜੀ ਵੀਰਾਂ ਦੀ ਗੱਲ ਸੁਣ ਕੇ ਮੇਰਾ ਖਿਆਲ ਆ ਵੀ ਜਿਹੜਾ ਕੋਈ ਨਹੀਂ ਜਾਣਦਾ, ਕਿਸੇ ਵੀ ਕਿਸਮ ਦੀ ਜਾਣਕਾਰੀ ਜਿਹਨੂੰ ਨਹੀਂ ਹੈ, ਜਿਹਨੂੰ ਅਸੀਂ ਮੂਰਖ ਵੀ ਕਹਿ ਦਈਏ, ਉਹ ਵੀ ਸਮਝ ਜਾਵੇ। ਪਰ ਕੇਂਦਰ ਦੀ ਸਰਕਾਰ ਨੂੰ ਫਿਰ ਇਸ ਗੱਲ ਦੀ ਸਮਝ ਨਹੀਂ ਆਈ। ਹੁਣ ਜਦੋਂ ਵੱਡੀ ਗਿਣਤੀ ਦੇ ਵਿੱਚ ਫੌਜੀ ਵੀਰ ਸਿੰਘੂ ਬਾਰਡਰ ਦੇ ਉੱਤੇ ਪਹੁੰਚ ਗਏ ਆ ਤਾਂ ਉਹਨਾਂ ਦਾ ਅਸੀਂ ਸਤਿਕਾਰ ਵੀ ਕਰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਉਹ ਹੋਰ ਆਉਣ, ਕਿਉਂਕਿ ਜਦੋਂ ਵੱਖ-ਵੱਖ ਕਿੱਤਿਆਂ ਦੇ ਨਾਲ, ਵੱਖ-ਵੱਖ ਵਰਗਾਂ ਨਾਲ ਜੁੜੇ ਹੋਏ ਲੋਕ ਇੱਥੇ ਪਹੁੰਚਣਗੇ, ਸਰਕਾਰ ਦੇ ਉੱਤੇ ਇਸ ਗੱਲ ਦਾ ਦਬਾਅ ਵਧੂਗਾ ਕਿ ਇਕੱਲੇ ਕਿਸਾਨ ਨਹੀਂ, ਜਿਨ੍ਹਾਂ ਨੂੰ ਉਹ ਵਾਰ-ਵਾਰ ਕਹਿੰਦੇ ਜੀ ਇਹ ਤਾਂ ਗੁੰਮਰਾਹ ਹੋ ਗਏ, ਉੱਥੇ ਪੜ੍ਹੇ ਲਿਖੇ ਲੋਕਾਂ ਦੀ ਹਾਜ਼ਰੀ ਵੀ ਵੱਡੀ ਗਿਣਤੀ ਦੇ ਵਿੱਚ ਹੈ ਤੇ ਜੇਕਰ ਹੋਰ ਵੀ ਲੋਕ ਜਾਣਗੇ ਤਾਂ ਸ਼ਾਇਦ ਸਰਕਾਰ ਤੱਕ ਇੱਕ ਚੰਗਾ ਸੰਕੇਤ ਜਾਵੇ। ਹੁਣ ਜਦੋਂ ਕੇਂਦਰ ਦੀ ਸਰਕਾਰ ਵਾਰ-ਵਾਰ ਇਹ ਗੱਲ ਕਹਿਣ ਲੱਗ ਪਈ ਹੈ ਕਿ ਅਸੀਂ ਅਗਲੀ ਮੀਟਿੰਗ ਕਰਨ ਨੂੰ ਤਿਆਰ ਹਾਂ, ਸਾਡੇ ਪ੍ਰਸਤਾਵ ਦੇ ਉੱਤੇ ਕਿਸਾਨ ਫਿਰ ਗੌਰ ਕਰਨ, ਤੁਸੀਂ ਇਹ ਦੱਸੋ ਵੀ ਤਰੀਕ ਕਿਹੜੀ ਮਿਥਣੀ ਆ ਤੇ ਆਪਾਂ ਗੱਲਬਾਤ ਕਰਦੇ ਹਾਂ। ਜੇ ਤਾਂ ਕੇਂਦਰ ਦੀ ਸਰਕਾਰ ਨੇ ਇਹੀ ਗੱਲ ਕਹਿਣੀ ਆ ਕਿ ਜੀ ਖੇਤੀ ਕਾਨੂੰਨ ਤੁਹਾਡੇ ਲਈ ਲਾਹੇਵੰਦ ਹਨ, ਤੁਹਾਡੀ ਆਮਦਨ ਦੁੱਗਣੀ ਕਰਨ ਵਾਲੇ ਹਨ, ਤੁਸੀਂ ਗੁੰਮਰਾਹ ਹੋ ਚੁੱਕੇ ਹੋ, ਫਿਰ ਤਾਂ ਮੀਟਿੰਗ ਦਾ ਕੋਈ ਲਾਭ ਨਹੀਂ। ਪਰ ਜੇਕਰ ਖੇਤੀ ਕਾਨੂੰਨ ਰੱਦ ਕਰਨ ਦੇ ਲਈ ਕੋਈ ਰਾਹ ਨਿਕਲ ਸਕਦਾ ਤਾਂ ਫਿਰ ਮੀਟਿੰਗ ਕਰ ਵੀ ਲੈਣੀ ਚਾਹੀਦੀ ਹੈ। ਪਰ ਕਿਸਾਨ ਆਗੂਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਬੜੀ ਸਾਫ਼ ਤੇ ਸਪਸ਼ਟ ਕਿ ਨਾ ਅਸੀਂ ਰੁਕੇ ਹਾਂ ਤੇ ਨਾ ਅਸੀਂ ਝੁਕੇ ਹਾਂ, ਨਾ ਸਾਡੇ ਉੱਤੇ ਕੋਈ ਦਬਾਅ ਬਣ ਸਕਦਾ, ਨਾ ਅਸੀਂ ਦਬਾਅ ਦੇ ਅਧੀਨ ਆਉਣ ਵਾਲੇ ਹਾਂ। ਇਸ ਕਰਕੇ ਅਸੀਂ ਖੇਤੀ ਕਾਨੂੰਨ ਵਾਪਸ ਕਰਵਾ ਕੇ ਫਿਰ ਹੀ ਜਾਵਾਂਗੇ, ਨਹੀਂ ਤਾਂ ਅਸੀਂ ਇੱਥੋਂ ਨਹੀਂ ਜਾਂਦੇ। ਜਾਣੀ ਕਿ ਜਜ਼ਬਾ ਇਸ ਵਕਤ ਬਰਕਰਾਰ ਹੈ। ਇੱਕ ਹੋਰ ਜਾਣਕਾਰੀ ਜਿਹੜੀ ਬਣਦੀ ਹੈ ਕਿ ਜਿਹੜੇ ਕਿਸਾਨ ਆਗੂ ਨੇ ਬਲਵੀਰ ਸਿੰਘ ਰਾਜੇਵਾਲ, ਉਹਨਾਂ ਦੀ ਗੱਲ ਹੈ ਜਿਹੜੀ ਉਹ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਬੜੀ ਪ੍ਰਚਾਰੀ ਹੈ ਤੇ ਉਹਨਾਂ ਨੇ ਆਪਣੀ ਥਾਂ ਦੇ ਉੱਤੇ ਠੀਕ ਵੀ ਕਿਹਾ। ਉਹ ਕਹਿੰਦੇ ਜੀ ਕਿ ਮੈਂ ਹਰ ਰੋਜ਼ 5 ਬਾਣੀਆਂ ਦਾ ਪਾਠ ਕਰਨ ਵਾਲਾ ਬੰਦਾ, ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ, ਮੈਂ ਸਿੱਖੀ ਦੇ ਨਾਲ ਜੁੜਿਆ ਹੋਇਆ ਇਨਸਾਨ ਆ, ਮੇਰਾ ਬੇਹੱਦ ਯਕੀਨ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਮੈਂ ਕਿਸੇ ਮਾੜੀ ਭਾਵਨਾ ਦੇ ਨਾਲ ਬਿਲਕੁਲ ਨਹੀਂ ਸੀ ਇਹ ਗੱਲ ਕਹੀ ਕਿ ਨਿਹੰਗ ਸਿੰਘ ਇੱਥੋਂ ਚਲੇ ਜਾਣ। ਮੈਂ ਕਿਸੇ ਮੰਦ ਭਾਵਨਾ ਦੇ ਨਾਲ ਇਹ ਗੱਲ ਨਹੀਂ ਕਹੀ
ਕਿ ਨਿਸ਼ਾਨ ਸਾਹਿਬ ਆ ਜਿਹੜੇ ਉਹ ਇੱਥੋਂ ਲਾ ਲਏ ਜਾਣ। ਮੈਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਗੋਦੀ ਮੀਡੀਆ ਦੇ ਵੱਲੋਂ ਜੋ ਕੁਝ ਗਲਤ ਰੂਪ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਉਹਦਾ ਪ੍ਰਭਾਵ ਕਬੂਲਦਿਆਂ ਇਹ ਗੱਲ ਕਹੀ ਸੀ ਕਿ ਆਪਾਂ ਬਾਕੀ ਲੋਕਾਂ ਦੇ ਉੱਤੇ ਇਹ ਪ੍ਰਭਾਵ ਨਹੀਂ ਜਾਣ ਦੇਣਾ। ਮੈਂ ਪ੍ਰਭਾਵ ਇਸ ਰੂਪ ਦੇ ਵਿੱਚ ਕਬੂਲਿਆ। ਉਹਨਾਂ ਨੇ ਕਿਹਾ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਤੁਹਾਡੇ ਤੇ ਸਾਡੇ ਹੱਕਾਂ ਦੇ ਉੱਤੇ ਇਹ ਡਾਕਾ ਮਾਰਨ ਨੂੰ ਫਿਰਦੇ ਆ, ਇਹ ਸਾਡੀ ਹਰ ਗੱਲ ਨੂੰ, ਹਰ ਐਕਟੀਵਿਟੀ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਇਸ ਕਰਕੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਆਪਣੀ ਸਫਾਈ ਦਿੱਤੀ ਹੈ ਤੇ ਅਸੀਂ ਉਹਨਾਂ ਦੀ ਵੀ ਕਦਰ ਕਰਦੇ ਹਾਂ, ਕਿਉਂਕਿ ਸਾਰੇ ਹੀ ਕਿਸਾਨ ਆਗੂ ਆ ਜਿਹੜੇ ਉਹ ਨਿੱਠ ਕੇ ਅੱਗੇ ਵਧ ਰਹੇ ਆ। ਅਸੀਂ ਧੰਨਵਾਦੀ ਉਹਨਾਂ ਦੇ ਇਸ ਕਰਕੇ ਆ ਕਿ ਉਹ ਰੁਕੇ ਨਹੀਂ, ਉਹ ਡਰੇ ਨਹੀਂ, ਉਹ ਝੁਕੇ ਨਹੀਂ ਤੇ ਉਹ ਵਿਕੇ ਨਹੀਂ। ਕਿਉਂਕਿ ਇਸ ਵਕਤ ਜਦੋਂ ਕੇਂਦਰ ਦੀ ਹਕੂਮਤ ਨਾਲ ਮੱਥਾ ਲੱਗਾ ਹੋਵੇ ਤਾਂ ਡਟ ਕੇ ਖੜੇ ਰਹਿਣਾ ਤੇ ਨਾ ਝੁਕਣਾ ਇਹ ਕੋਈ ਹਾਰੀ ਸਾਰੀ ਦੇ ਵੱਸ ਦੀ ਵੀ ਗੱਲ ਨਹੀਂ। ਸੋ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦੇ ਇਸ ਅੰਦੋਲਨ ਦਾ ਨਤੀਜਾ ਚੰਗਾ ਆਵੇ, ਪਰ ਉਹਦੇ ਲਈ ਨਿੱਠ ਕੇ ਮਾਨਸਿਕ ਤੌਰ ਦੇ ਉੱਤੇ ਤਿਆਰ ਰਹਿਣਾ ਚਾਹੀਦਾ ਕਿ ਪਤਾ ਨਹੀਂ ਹੋਰ ਕਿੰਨਾ ਲੰਮਾ ਸਮਾਂ ਅਸੀਂ ਦਿੱਲੀ ਨੂੰ ਇਸੇ ਤਰੀਕੇ ਨਾਲ ਘੇਰ ਕੇ ਬੈਠੇ ਰਹੀਏ। ਤੇ ਜਾਣਕਾਰੀ ਇਹ ਵੀ ਪ੍ਰਾਪਤ ਹੋਈ ਹੈ ਕਿ ਅੱਜ ਯਾਨੀ ਕਿ ਬੁੱਧਵਾਰ ਨੂੰ ਦਿੱਲੀ ਨੋਇਡਾ ਦਾ ਜਿਹੜਾ ਹੈਗਾ ਚਿੱਲੀ ਬਾਰਡਰ ਇਹਨੂੰ ਵੀ ਕਿਸਾਨਾਂ ਵੱਲੋਂ ਬਿਲਕੁਲ ਬੰਦ ਕਰ ਦਿੱਤਾ ਜਾਣਾ ਤਾਂ ਜੋ ਕੇਂਦਰ ਦੀ ਸਰਕਾਰ ਦੇ ਕੰਨ ਖੜੇ ਹੋ ਸਕਣ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।